हाँ जी, सत श्री अकाल पंजाब। मैं डॉक्टर रविंदर स्वागत करदी हाँ तुहाडा सब दा ज्ञानम पंजाब दे यूट्यूब चैनल ते बच्चे आपां गल कर रहे हैं मास्टर कैडर दी। जिवें तुहाडा हुण पीएस टैट हो चुकिया ਤਾਂ ਉਮੀਦ ਆ ਕਿ ਜਲਦੀ ਹੀ ਮਾਸਟਰ ਕੈਡਰ ਦੀਆਂ ਜਿਹੜੀਆਂ ਪੋਸਟਾਂ ਉਹ ਆਉਣਗੀਆਂ ਤੇ ਉਹਦੇ ਲਈ ਅਗਰ ਤੁਸੀਂ ਸਾਇੰਸ ਦੇ ਸਟੂਡੈਂਟ ਆ ਤਾਂ ਤੁਹਾਨੂੰ ਪਤਾ ਹੈ ਕਿ ਤੁਸੀਂ ਸਾਇੰਸ ਦੇ ਆ ਚਾਹੇ ਤੁਸੀਂ ਮੈਡੀਕਲ ਦੇ ਆ ਚਾਹੇ ਨਾਨ ਮੈਡੀਕਲ ਦੇ ਆ ਤੁਸੀਂ ਹਮੇਸ਼ਾ ਤਿੰਨ ਤਿੰਨ ਸਬਜੈਕਟ ਦਾ ਕੰਬੀਨੇਸ਼ਨ ਲੈਣਾ ਹੁੰਦਾ ਹੈ। ਤਿੰਨ ਤਿੰਨ ਸਬਜੈਕਟ ਦਾ ਕੰਬੀਨੇਸ਼ਨ ਦਾ ਮਤਲਬ ਸਿੱਧਾ ਸਿੱਧਾ कि या तो तुसी फिजिक्स केमिस्ट्री एंड मैथ वाला कॉम्बीनेशन लोगे या तुसी बॉटनी जियोलॉजी दे नाल केमिस्ट्री लै लोगे आपदे सब्जैक्ट के हिसाब नाल या तुसी वैसे तो तुसी आपदी मर्जी कर सकते हैं तुसी मैथ्स दे नाल बॉटनी जियोलॉजी भी लै सकते हैं जिहड़ा कि कॉम्बीनेशन आपां नूं रेयर देखण नूं मिलदा। मतलब मेन गल यही आ कि तुसी चाहे मैडिकल दे चाहे नॉन मैडिकल दे तुसी आपदी ग्रेजुएशन दे विच हमेशा जिहड़ा तुहाडा हैगा कैमिस्ट्री आ वो पढ़ी हुंदी आ ते अज आपां गल करांगे कि कैमिस्ट्री मास्टर कैडर दा सिलेबस की आ ते उहनूं असीं किस तरह पढ़ना है। बस इन्नी को गल आपां क्लास दे विच करन वाले आ। सो देखदे आ मेन सब तो पहला की है साडे कोल सब तो पहला आ फिजिकल कैमिस्ट्री। देखो सिलेबस के हिसाब नाल अगर असीं देखिए तो सब तो पहला साडे कोल आ रही है फिजिकल कैमिस्ट्री। जदों असीं फिजिकल कैमिस्ट्री की गल करदे आ ਤਾਂ ਉਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆਉਂਦੀ ਆ ਬੇਸਿਕ ਪ੍ਰਿੰਸੀਪਲਸ ਆਫ ਕੈਮਿਸਟਰੀ। ਕੈਮਿਸਟਰੀ ਦੇ ਫਿਜ਼ੀਕਲ ਕੈਮਿਸਟਰੀ ਦੇ ਬੇਸਿਕ ਪ੍ਰਿੰਸੀਪਲ ਕੀ ਨੇ ਮਤਲਬ ਜਿਹੜਾ ਸਾਡੇ ਕੋਲੇ ਮੋਲ ਕਨਸੈਪਟ ਸਾਡੇ ਕੋਲ ਇੰਪੈਰੀਕਲ ਫਾਰਮੂਲਾ ਆ ਰਾਈਟ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਸਾਡੇ ਕੋਲ ਸਟੀਚੋਮੈਟ੍ਰਿਕ ਕੋਐਫੀਸ਼ੀਐਂਟਸ ਨੇ ਸਟੀਚੋਮੈਟਰੀ ਆ ਕਿਸੇ ਦਾ ਮੋਲੀਕੂਲਰ ਮਾਸ ਕਿਵੇਂ ਕੱਢਣਾ ਆ ਉਹਨਾਂ ਦੀ ਪਰਸੈਂਟੇਜ ਕਿਵੇਂ ਕੱਢਣੀ ਆ ਜਿਹੜੇ ਡਿਫਰੈਂਟ ਲਾਅ ਦਿੱਤੇ ਗਏ ਜਿਵੇਂ ਲਾਅ ਆਫ ਕਾਂਸਟੈਂਟ ਪ੍ਰੋਪੋਰਸ਼ਨ ਜਿਹੜੇ ਲਾਅ ਆਫ ਮੋਲੀਕੂਲਰ ਮਾਸ ਜਿਹੜੇ ਡਿਫਰੈਂਟ ਲਾਅਸ ਦਿੱਤੇ ਗਏ ਆ ਇਹਨਾਂ ਦੇ ਬਾਰੇ ਚ ਗੱਲ ਹੁੰਦੀ ਆ ਬੇਸਿਕ ਪ੍ਰਿੰਸੀਪਲਸ ਵਾਲੇ ਚੈਪਟਰ ਦੇ ਵਿੱਚ ਜਿਹੜਾ ਕਿ ਬਹੁਤ ਸਿੰਪਲ ਆ। ਫਿਰ ਆਉਂਦਾ ਸਾਡੇ ਕੋਲ ਐਟੋਮਿਕ ਸਟਰਕਚਰ दैट इज स्ट्रक्चर ऑफ एटम। ये जिहड़ा चैप्टर आ बच्चे ये बहुत इंपॉर्टेंट चैप्टर रहिंदा ते बहुत ईजी भी आ। इहदे विच असीं अलग अलग तरह दी थ्योरीज पढ़दे हां मतलब इलैक्ट्रोमैग्नैटिक रेडिएशन दे बारे च फोटो इलैक्ट्रिक इफैक्ट्स दे बारे च ठीक है ड्यूअल नेचर ऑफ मैटल दे बारे च इदां दी प्लैंक थ्योरी दे बारे च इदां दी असीं अलग अलग थ्योरीज पढ़दे हां। अलॉन्ग विद दैट ਅਸੀਂ एक बहुत इंपॉर्टेंट चीज़ है ਜਿਹੜੀ ਇਹਦੇ ਵਿੱਚ ਪੜ੍ਹਦੇ ਆ ਉਹ ਹੈਗੀ ਆ ਸਾਡੇ ਕੋਲ ਕੁਆਂਟਮ ਨੰਬਰ। ਜਦੋਂ ਅਸੀਂ ਕੁਆਂਟਮ ਨੰਬਰ ਪੜ੍ਹਦੇ ਆ ਤੇ ਉਹਦੇ ਆਸ-ਪਾਸ ਇਲੈਕਟ੍ਰੋਨਿਕ ਕੰਫੀਗਰੇਸ਼ਨ ਆ ਪੌਲੀ ਨੇ ਕੀ ਕਿਹਾ ਔਫਬॉर्न ਨੇ ਕੀ ਕਿਹਾ ਬੋਹਰ ਬਰੀ ਨੇ ਕੀ ਕਿਹਾ ਇਹ ਜਿਹੜੇ ਅਲੱਗ-ਅਲੱਗ ਸਾਇੰਟਿਸਟ ਆਏ ਉਹਨਾਂ ਨੇ ਐਟਮ ਦੀ ਜਿਹੜੀ ਸਟਰਕਚਰ ਆ ਉਹਦੇ ਬਾਰੇ ਚ ਕੀ ਗੱਲ ਕੀਤੀ ਉਹ ਸਾਰਾ ਕੁਝ ਆਪਾਂ ਬਹੁਤ ਡਿਟੇਲ ਦੇ ਵਿੱਚ ਪੜ੍ਹਦੇ ਆ ਐਟੋਮਿਕ ਸਟਰਕਚਰ ਦੇ ਵਿੱਚ ਜਿਹਦੇ ਵਿੱਚ ਨੋਟਸ ਵਗੈਰਾ ਵਾਲੇ ਕੁਐਸਚਨ ਵੀ ਕਈਏ ਆਪਾਂ ਤਾਂ ਕਾਫੀ ਇੰਪੋਰਟੈਂਟ ਰਹਿੰਦੇ ਆ। ਸੋ ਹਿਜ਼ਨਬਰਗ ਅਨਸਰਟਨਿਟੀ ਪ੍ਰਿੰਸੀਪਲ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹਦੇ ਬਾਰੇ ਚ ਆਪਾਂ ਪੜ੍ਹਦੇ ਆ ਸਟਰਕਚਰ ਆਫ ਐਟਮ ਜਾਂ ਫਿਰ ਐਟੋਮਿਕ ਸਟਰਕਚਰ ਦੇ ਵਿੱਚ। ਫਿਰ ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਸਟੇਟਸ ਆਫ ਮੈਟਰ ਠੀਕ ਆ। ਸਟੇਟਸ ਆਫ ਮੈਟਰ ਦੇ ਵਿੱਚ ਅਸੀਂ ਬੇਸਿਕਲੀ ਇੱਥੇ ਗੱਲ ਕਰਦੇ ਆ ਜਿਹੜੀ ਉਹ ਗੈਸੀਅਸ ਸਟੇਟ ਦੀ ਕਰਦੇ ਆ। ਸਟੇਟ ਆਫ ਮੈਟਰ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਅਸੀਂ ਗੱਲ ਕਰਦੇ ਆ ਜ਼ਿਆਦਾਤਰ ਸਭ ਤੋਂ ਜ਼ਿਆਦਾ ਗੱਲ ਹੁੰਦੀ ਆ ਸਾਡੇ ਕੋਲ ਗੈਸੀਅਸ ਸਟੇਟ ਦੀ ਪਰ ਕੁਛ ਨਾ ਕੁਛ ਵਿੱਚੋਂ ਗੱਲਾਂ ਸਾਡੇ ਕੋਲ ਲਿਕੁਇਡ ਸਟੇਟ ਦੀਆਂ ਹੁੰਦੀਆਂ ਮਤਲਬ ਬੇਸਿਕਲੀ ਇਹ ਲਿਕੁਇਡ ਤੇ ਗੈਸੀਅਸ ਸਟੇਟ ਦੇ ਲਈ ਹੀ ਆ। ਸੋਲਿਡ ਸਟੇਟ ਦਾ ਤਾਂ ਆਪਣਾ ਇੱਕ ਅਲੱਗ ਚੈਪਟਰ ਹੁੰਦਾ ਹੀ ਆ। ਇਹਦੇ ਵਿੱਚ ਅਸੀਂ ਗੈਸ ਦੇ ਅਲੱਗ-ਅਲੱਗ ਲਾਅਸ ਬॉयल्स ਨੇ ਕੀ ਬੋਲਿਆ ਕ੍ਰਿਟੀਕਲ ਟੈਂਪਰੇਚਰ ਕੀ ਆ ਕ੍ਰਿਟੀਕਲ ਪ੍ਰੈਸ਼ਰ ਕੀ ਆ ਕੰਪਰੈਸ਼ਨ ਫੈਕਟਰਸ ਕੀ ਆ ਆਈਡੀਅਲ ਗੈਸ ਕਿਹੜੀ ਹੁੰਦੀ ਆ ਰੀਅਲ ਗੈਸ ਕਿਹੜੀ ਹੁੰਦੀ ਆ ਉਹਨਾਂ ਸਾਰਿਆਂ ਦੇ ਬਾਰੇ ਵਿੱਚ ਅਸੀਂ ਗੱਲ ਕਰਦੇ ਆ ਠੀਕ ਆ। ਮੋਰ ਔਰ ਲੈਸ ਇਹ ਚੈਪਟਰ ਦੇ ਵਿੱਚੋਂ ਸਾਨੂੰ ਕੁਛ ਨਾ ਕੁਛ ਥੋੜਾ ਬਹੁਤ ਪੁੱਛ ਹੀ ਲਿਆ ਜਾਂਦਾ ਬਟ ਨॉट दैट मच इंपॉर्टेंट ओके। फिर आ गया साडे कोल द मोस्ट इंपॉर्टेंट टॉपिक दैट इज कैमिकल बॉन्डिंग वेरी इंपॉर्टेंट टॉपिक ਆਪਾਂ ਲਾਸਟ ਤੇ ਗੱਲ ਕਰਾਂਗੇ। ਇਹਦੇ ਵਿੱਚੋਂ ਸਾਨੂੰ ਬਹੁਤ ਸਾਰੇ ਸਵਾਲ ਬੌਂਡ ਆਰਡਰ ਬੌਂਡ ਲੈਂਥ ਜਿਹਨੂੰ ਅਸੀਂ ਮੋਲੀਕੂਲਰ ਆਰਬਿਟਲ ਡਾਇਗਰਾਮ ਕਹਿੰਦੇ ਆ ਠੀਕ ਆ ਸਟਰਕਚਰ हाइब्रिडाइजेशन VSEPR थ्योरी के अकॉर्डिंग स्ट्रक्चर की बनूगी हाइब्रिडाइजेशन की बनूगी ये वाले क्वेश्चन सानू वेखण नू मिलते ही ने। बॉन्ड ऑर्डर की आ बॉन्ड लेंथ की आ सिग्मा बॉन्ड किहड़े हुंदे आ कोवलेंट बॉन्ड किहड़े ने कोऑर्डिनेट बॉन्ड कौन बनाउंदे ने फजान रूल की आ सानू की दसदा ओह आयनिक करैक्टर की हुंदा है सारियां चीज़ां असीं ये वाले चैप्टर दे विच बहुत डिटेल दे विच पढ़दे आ ते चैप्टर बहुत इंपॉर्टेंट आ ते बहुत खास आ। फिर अगों असीं गल कर रहे हैं जी बेसिक प्रिंसिपल मतलब इस तो बाद आ गई साडे कोल स्पैक्ट्रोस्कोपी ठीक है। ये सिंपली साडे कोल की आ गया स्पैक्ट्रोस्कोपी। फिर आ गया साडे कोल थर्मोडायनमिक्स की गल। थर्मोडायनमिक्स दे विच असीं
ਸਿੰਪਲ ਥਰਮੋ ਦੇ ਬਾਰੇ ਚ ਪੂਰੀ ਗੱਲ, ਥਰਮੋ ਦੇ ਡਿਫਰੈਂਟ ਲੋ, ਇੰਟਰੋਪੀ ਕੀ ਆ, ਇੰਥੈਲਪੀ ਕੀ ਆ, ਕਿਸ ਚੀਜ਼ ਦਾ ਕੀ ਇਫੈਕਟ ਪੈ ਰਿਹਾ, ਠੀਕ ਆ, ਗਿਬਸ એનર્ਜੀ ਕੀ ਆ, ਗਿਬਸ એનર્ਜੀ ਦੇ ਉੱਤੇ ਟੈਂਪਰੇਚਰ ਦਾ ਕੀ ਇਫੈਕਟ ਆ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਇਹ ਵਾਲੇ ਵਿੱਚ ਪੜ੍ਹਦੇ ਹਾਂ। ਜਿਵੇਂ ਹੈਸ ਲੋ ਕੀ ਕਹਿ ਰਿਹਾ ਹੈ, ਸਾਰਾ ਕੁਝ ਅਸੀਂ ਇਹਦੇ ਚ, ਮੋਲਰ ਹੀਟ ਕੈਪੈਸਿਟੀ ਕੀ ਆ, ਅਸੀਂ ਥਰਮੋਡਾਇਨਮਿਕਸ ਨੂੰ ਬਹੁਤ ਡਿਟੇਲ ਕਰਦੇ ਹਾਂ। ਅੱਗੋਂ ਅਸੀਂ ਵੱਧ ਰਹੇ ਹਾਂ ਬੱਚੇ ਕੈਮੀਕਲ ਐਂਡ ਆਇਨਿਕ ਇਕੁਇਲਿਬ੍ਰੀਅਮ ਵੱਲ। ਬਹੁਤ ਖਾਸ ਟੌਪਿਕ ਸਾਡੇ ਕੋਲ ਆ ਕੈਮੀਕਲ ਇਕੁਇਲਿਬ੍ਰੀਅਮ ਐਂਡ ਆਇਨਿਕ ਇਕੁਇਲਿਬ੍ਰੀਅਮ। ਕੈਮੀਕਲ ਇਕੁਇਲਿਬ੍ਰੀਅਮ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਜਿਹਾ ਟੌਪਿਕ ਆਉਂਦਾ ਸਾਡੇ ਕੋਲ, that is ਲੀ-ਚੈਟਲਰ ਪ੍ਰਿੰਸੀਪਲ। yes, here it is mentioned, ਲੀ-ਚੈਟਲਰ ਪ੍ਰਿੰਸੀਪਲ ਬਹੁਤ ਇੰਪੋਰਟੈਂਟ, ਪੱਕਾ ਸਾਨੂੰ ਸਵਾਲ ਵੇਖਣ ਨੂੰ ਮਿਲਦਾ ਹੀ ਮਿਲਦਾ ਆ, ਰਾਈਟ। ਫਿਰ ਥੱਲੇ ਆ ਗਿਆ ਸਾਡੇ ਕੋਲ ਆਇਨਿਕ ਇਕੁਇਲਿਬ੍ਰੀਅਮ। ਇਹਦੇ ਵਿੱਚ ਸਾਡੇ ਕੋਲ ਪੀਐਚ ਦੇ ਉੱਤੇ ਕੁਐਸਚਨਸ, ਔਸਵਾਲਡ ਡਿਲੂਸ਼ਨ ਲਾਅ ਦੇ ਉੱਤੇ ਕੁਐਸਚਨਸ, ਠੀਕ ਆ। ਪੀਐਚ ਮਤਲਬ ਜਦੋਂ ਕੋਈ ਸਾਲਟ ਦੀ ਹਾਈਡਰੋਲਿਸਿਸ ਹੁੰਦੀ ਆ, ਪੀਐਚ ਕਿਵੇਂ ਚੇਂਜ ਹੁੰਦਾ, ਸਾਰਾ ਕੁਝ ਅਸੀਂ ਇਹਦੇ ਵਿੱਚ ਪੜ੍ਹਦੇ ਹਾਂ ਤੇ ਬਹੁਤ ਵਧੀਆ ਤਰ੍ਹਾਂ ਪੜ੍ਹਦੇ ਹਾਂ। ਮਤਲਬ ਇਹ ਕਾਫੀ ਇੰਪੋਰਟੈਂਟ ਟੌਪਿਕ ਆਪਣਾ ਰਹਿਣ ਵਾਲਾ ਹੈ। ਇਹ ਸਾਰੀਆਂ ਚੀਜ਼ਾਂ ਦੇ ਬਾਰੇ ਚ ਅਸੀਂ ਇੱਥੇ ਡਿਸਕਸ ਕਰਦੇ ਹਾਂ। ਅੱਗੋਂ ਵੱਧ ਰਹੇ ਹਾਂ ਬੱਚੇ, ਅਸੀਂ ਅੱਗੋਂ ਦੇਖਦੇ ਹਾਂ, ਅਸੀਂ ਸਾਡੇ ਕੋਲ ਆ ਰਿਡॉक्स रिएक्शन एंड इलेक्ट्रोकैमिस्ट्री। मतलब मेन इलेक्ट्रोकैमिस्ट्री एक मेन टॉपिक है साडा फिजिकल कैमिस्ट्री का, ते रिडॉक्स रिएक्शन उनके बेसिक्स नूं दसदी है। मतलब बेसिक्स, फिर आप इलेक्ट्रोकैमिस्ट्री वाल वध जाने आ। इसलिए उन्हें साडे सिलेबस दे विच दोवां चीज़ां नूं इकट्ठे ही मैंशन कीता। ਇਹਦੇ ਵਿੱਚ ਅਸੀਂ ਫੈਰਾਡੇ ਦੇ ਡਿਫਰੈਂਟ ਲॉस ਪੜ੍ਹਦੇ ਹਾਂ, ਰਾਈਟ। ਰਿਡਕਸ਼ਨ ਪੋਟੈਂਸ਼ੀਅਲ ਵਗੈਰਾ ਦੇ ਬਾਰੇ ਚ ਪੜ੍ਹਦੇ ਹਾਂ। ਫਿਰ ਲਾਸਟ ਤੇ ਅਸੀਂ ਸੈਲਸ ਦੇ ਬਾਰੇ ਵਿੱਚ ਪੜ੍ਹਦੇ ਹਾਂ ਤੇ ਨਾਲ ਦੇ ਨਾਲ ਹੀ ਉਹਨਾਂ ਦਾ ਰੈਸਿਸਟੈਂਸ, ਉਹਨਾਂ ਦੀ ਮੋਲਰ ਕੰਡਕਟੈਂਸ, ਇਕੁਈਵੈਲੈਂਟ ਕੰਡਕਟੈਂਸ, ਕ੍ਰੌਸ਼ ਲਾ, ਉਹ ਸਾਰਾ ਕੁਝ ਕੀ ਆ, ਉਹ ਸਭ ਗੱਲਾਂ ਹੁੰਦੀਆਂ ਆ ਸਾਡੀਆਂ ਇਲੈਕਟ੍ਰੋਕੈਮਿਸਟਰੀ ਵਾਲੇ ਚੈਪਟਰ ਦੇ ਵਿੱਚ, ਠੀਕ ਆ। ਐਂਡ ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਕੈਮੀਕਲ ਕਾਈਨੈਟਿਕਸ। ਜਿਵੇਂ ਅਸੀਂ ਇਕੁਇਲਿਬ੍ਰੀਅਮ ਦੀ ਗੱਲ ਕੀਤੀ, ਇਕੁਇਲਿਬ੍ਰੀਅਮ ਦੇ ਵਾਂਗ ਹੀ ਜਿਹੜਾ ਰੇਟ ਆਫ ਰਿਐਕਸ਼ਨ, ਮਤਲਬ ਸਪੀਡ ਆਫ ਰਿਐਕਸ਼ਨ ਨੂੰ ਦੱਸਦਾ ਹੈ, ਰਿਐਕਸ਼ਨ ਦੇ ਆਰਡਰ ਦੇ ਬਾਰੇ ਚ ਦੱਸਦਾ ਹੈ, ਉਹ ਕੌਣ ਆ ਸਾਡੇ ਕੋਲ, ਉਹ ਹੈਗਾ ਸਾਡੇ ਕੋਲ ਬੱਚੇ ਕੈਮੀਕਲ ਕਾਈਨੈਟਿਕਸ। ਤੇ ਇੱਥੇ ਅਸੀਂ ਪੜ੍ਹਦੇ ਹਾਂ ਕੈਮੀਕਲ ਕਾਈਨੈਟਿਕਸ ਦੇ ਬਾਰੇ ਚ ਗੱਲ ਕਰਦੇ ਹਾਂ। ਸੋ ਇੱਥੇ ਜੇ ਮੈਂ ਦੇਖਾਂ ਤੇ ਸਾਡੇ ਕੋਲ ਆ ਗਿਆ ਸਰਫੇਸ ਕੈਮਿਸਟਰੀ। ਸਰਫੇਸ ਕੈਮਿਸਟਰੀ ਇੱਕ ਐਵੇਂ ਦਾ ਟੌਪਿਕ ਆ ਜਿਹੜਾ ਕਿ ਬਿਲਕੁਲ ਮੈਮਰੀ ਬੇਸਡ ਆ। ਮਤਲਬ ਇਹਨੂੰ ਅਸੀਂ ਯਾਦ ਕਰਕੇ ਸਿੱਧਾ ਸਵਾਲਾਂ ਦਾ ਜਵਾਬ ਦੇਣਾ ਹੈ। ਮੈਮਰੀ ਬੇਸਡ ਮੈਂ ਇਹਨੂੰ ਕਿਉਂ ਕਿਹਾ, ਕਿਉਂਕਿ ਇਹ ਸਿੱਧਾ ਥਿਊਰੀ ਦੇ ਉੱਤੇ ਬੇਸਡ ਟੌਪਿਕ ਆ, ਠੀਕ ਆ। ਇਹਦੇ ਚ ਕਨਸੈਪਟ ਹੈਗੇ ਨੇ ਪਰ ਜਿਹੜੇ ਮੈਮਰੀ ਬੇਸਡ ਚੀਜ਼ਾਂ ਨੇ ਉਹ ਜ਼ਿਆਦਾ ਨੇ। ਅੱਗੋਂ ਦੇਖਦੇ ਹਾਂ ਸੋਲਿਡ ਸਟੇਟ ਆ ਗਿਆ ਸਾਡੇ ਕੋਲ। ਇਹਦੇ ਵਿੱਚ ਕੀ ਆ ਗਿਆ ਸਾਡੇ ਕੋਲ ਬੱਚੇ, ਸੋਲਿਡ ਸਟੇਟ, ਜਨਰਲ ਕਰੈਕਟਰਿਸਟਿਕਸ ਹੋ ਗਈ ਸੋਲਿਡ ਦੀਆਂ, ਉਹਨਾਂ ਦੀ ਪੈਕਿੰਗ ਐਫੀਸ਼ੀਐਂਸੀ ਕੀ ਆ, ਉਹਨਾਂ ਦੇ ਵਿੱਚ ਕਿਸੇ ਸੋਲਿਡ ਦੇ ਵਿੱਚ ਜੇ ਇੰਪਰਫੈਕਸ਼ਨ ਆ ਜਾਂਦੀ ਆ, ਯੂਨਿਟ ਸੈੱਲ ਕੀ ਆ, ਉਹ ਡਿਫਰੈਂਟ ਸਿੰਪਲ ਕਿਊਬਿਕ ਦੇ ਲਈ, ਐਫਸੀਸੀ ਦੇ ਲਈ, ਬੀਸੀਸੀ ਦੇ ਲਈ ਕੀ ਹੁੰਦਾ, ਈਚ ਐਂਡ ਐਵਰੀਥਿੰਗ। ਫਿਰ ਕੈਟਾਲਿਸਿਸ ਦੇ ਜਿਹੜੇ ਕਨਸੈਪਟਸ ਨੇ, ਹੋਮੋਜੀਨੀਅਸ ਐਂਡ ਹੈਟਰੋਜੀਨੀਅਸ ਹੋ, ਤੇ ਫਿਰ ਆ ਗਿਆ ਸਾਡੇ ਕੋਲ ਸੋਲੂਸ਼ਨ ਵਾਲਾ ਚੈਪਟਰ। ਇੰਡੀਆ ਕੋਲੀਗੇਟਿਵ ਪ੍ਰੋਪਰਟੀਜ਼, ਵੈਰੀ ਇੰਪੋਰਟੈਂਟ, मोलैरिटी, मोलैलिटी, नॉर्मैलिटी, सारी कहानी इत्थों घूमती आ। ये आपदे आप खास आ, इत्थों सानू सवाल आना ही हुंदा है, ठीक। फिर अगों असीं वध रहे हां बच्चे इनऑर्गेनिक दे वल। इनऑर्गेनिक जिहड़ी कि साडी सब बच्चों की काफ़ी फेवरेट रहिंदी आ। इहदे विच असीं पीरियोडिक प्रॉपर्टीज़ दे बारे च गल करदे हां, ठीक है। पीरियोडिक प्रॉपर्टी सीधी आपां पहलां तां बेसिक ट्रेंड्स पढ़ांगे, साइज किधर नूं वधदा है, किधर नूं घटदा, आयनाइजेशन किधर वधदी आ, किधर घटदी है, सारियां चीज़ां। फिर नाल दी नाल ही इहदे विच असीं एक चीज़ होर बहुत वधिया तरह पढ़ते हैं, वो हुंदा है कि जिवें आपां कह दईए कि कैमिकल प्रॉपर्टीज़ तो इत्थे पढ़नी है, लेकिन एस ब्लॉक एक अपना चैप्टर आ, पी ब्लॉक अपना चैप्टर है। एस ते पी नूं असीं इकट्ठा कर दईए ते असीं कहांगे मेन ग्रुप के एलीमेंट्स आ। मेन ग्रुप के एलीमेंट्स के आपदे सवाल आने, डी एंड एफ ब्लॉक का आपदा आना है। जदों असीं डी एंड एफ ब्लॉक नूं इकट्ठा कर दांगे तां साडे कोल ये सारा कुछ मिलके काहदे च आ जाऊगा, पीरियोडिक प्रॉपर्टीज़ दे विच। फिर साडे कोल आ मैटलर्जी वाला चैप्टर, जितों सानू ओस दे नाल रिलेटेड जिहड़े क्वेश्चंस ने वो बहुत सिंपली ने वो आने ही हुंदे ने, ठीक है। डन। अच्छा अगों देखते हैं हाइड्रोजन, बहुत सिंपल जिहा आ, बहुत सिंपल जिहा, ठीक है। आपां हुणे एंड ते गल भी करांगे कि असीं किहड़ी चीज़ नूं किवें पढ़ना है। उस तो बाद एस ब्लॉक एलीमेंट दे ग्रुप 1 एंड ग्रुप 2 नूं असीं डिटेल दे विच गल करनी है इत्थे। फिर आ गया पी ब्लॉक, जिवें मैं तुहानूं दस्सिआ पी ब्लॉक के बारे में सारा कुछ उन्हां दी जर्नल फिजिकल एंड कैमिकल प्रॉपर्टीज़ नूं पढ़ांगे, प्रेपरेशन प्रॉपर्टीज़ सारा कुछ ईच एंड एवरीथिंग। एंड डी एंड एफ ब्लॉक एंड द मोस्ट इंपॉर्टेंट इज कोऑर्डिनेशन कंपाउंड एंड ऑर्गेनोमेटेलिक कंपाउंड।
ਕੋਆਰਡੀਨੇਸ਼ਨ ਕੰਪਾਊਂਡ ਐਂਡ ਆਰਗੈਨੋਮੈਟੈਲਿਕ ਕੰਪਾਊਂਡ ਵਾਲਾ ਜਿਹੜਾ ਸਾਡਾ ਪਾर्ट ਆ that is very very important। ठीक, बहुत खास चैप्टर आए वाला साडा कोआर्डिनेशन कंपाउंड एंड ऑर्गेनोमेटेलिक कंपाउंड। इहदे विच डिफरेंट थ्योरीज आउंदियां, VBT थ्योरी, CFT थ्योरी, वर्नर्स थ्योरी, ठीक है। फिर यहाँ उन्होंने IUPAC नेम, उन्होंने आइसोमैरिज्म्स, सारा कुछ बहुत इंपॉर्टेंट आ ते पक्का क्वेश्चन सानू देखने को मिलते हैं। इन्वायरमेंट केमिस्ट्री बहुत सिंपल, सीधी अगेन मैमरी बेस्ड क्वेश्चंस, बहुत ही सिंपल। देन एनालिटिकल केमिस्ट्री, मैथड्स दिते जाएंगे कुछ, बायो इनऑर्गेनिक, फिर दोबारा तो मैमरी बेस्ड, फिजिकल करैक्टरिस्टिक्स, मतलब इनऑर्गेनिक दे जिहड़ी स्पैक्ट्रोस्कोपी है सानू वो आउणी है, ठीक है जी। उस तो बाद आ गई ऑर्गेनिक। ऑर्गेनिक दे विच पहला तां प्यूरीफिकेशन, मतलब किहड़े सबसटेंस नू असीं किद्दां उहनां नू क्वालिटेटिव एंड क्वांटिटेटिव उन्हां दा एनालिसिस किवें करना है, किवें असीं आइडेंटिफिकेशन करनी आ कि भाई फलाने कंपाउंड दे विच नाइट्रोजन आ, फलाने दे विच ऑक्सीजन आ, फलाने दे विच सल्फर आ, ਉਹਦੇ ਲਈ ਜਿਹੜੇ ਐਡ ਟੈਸਟ ਨੇ ਉਹ, ਠੀਕ ਹੈ। ਇੱਥੋਂ ਸਾਨੂੰ ਇੱਕ ਕੁਐਸਚਨ ਆ ਜਾਂਦਾ ਹੁੰਦਾ ਹੈ। ਫਿਰ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਸਿੰਪਲ GOC, ਜਰਨਲ ਆਰਗੈਨਿਕ ਕੈਮਿਸਟਰੀ, ਤੁਹਾਡਾ ਕਰਤਾ ਦਰਤਾ, ਸਾਰੇ ਦੇ ਵਿੱਚ ਅਸੀਂ ਸਾਰੇ ਡਿਫਰੈਂਟ ਇਫੈਕਟਸ ਪੜਾਂਗੇ। ਇੰਡਕਟਿਵ ਇਫੈਕਟ ਕੀ ਆ, ਮੀਜ਼ੋਮੈਰਿਕ ਇਫੈਕਟ ਕੀ ਆ, ਉਹ ਸਾਰੀਆਂ ਚੀਜ਼ਾਂ ਅਸੀਂ ਡਿਸਕਸ ਕਰਦੇ ਹਾਂ ਇਹਦੇ ਵਿੱਚ, ਠੀਕ ਆ। ਫਿਰ ਅੱਗੋਂ ਹੀ ਇਹਦੇ ਵਿੱਚ ਅਸੀਂ ਵੱਧ ਜਾਾਂਗੇ ਕੈਮਿਸਟਰੀ ਆਫ ਹਾਈਡਰੋਕਾਰਬਨਸ ਦੇ ਵੱਲ, मतलब हाइड्रोकार्बन किहड़े ने साडे कोल, अल्केन, एल्कीन, एल्काइन्स एंड बेंजीन, उन्हां सब दियां फिजिकल प्रॉपर्टीज, कैमिकल प्रॉपर्टीज एंड रिएक्शंस एंड मैथड ऑफ प्रिपरेशन, सॉरी, इस सारियां चीज़ां असीं इह वाले चैप्टर दे विच पढ़दे हां। फिर हुण ऑर्गेनिक बिल्कुल कोरिलेट करदी आ, पहलां तुसीं हाइड्रोकार्बन दे विच इन्हां बारे पढ़ लिया, फिर आपां फंक्शनल ग्रुप वाल एंटर हो जाएंगे। पहलां तुसीं हैलोअल्केन्स एंड हैलोअरीन्स दे बारे विच सारियां चीज़ां पढ़ोगे, फिर इस तरह ही तुसी सारियां चीज़ां अल्कोहल, फिनोल्स एंड ईथर दे बारे च पढ़ोगे, फिर एल्डिहाइड एंड कीटोन्स दे बारे च आपां सारा डिटेल्ड करांगे, बहुत इंपॉर्टेंट। दैन नाइट्रोजन कंटेनिंग कंपाउंड्स दे बारे च सेम गल होगी। फिर इस तो बाद असीं अगे वध जांगे पॉलीमर्स दे विच, उन्हां दे बारे च सेम गल होएगी बच्चे। फिर बायोमोलीक्यूल, जिहड़ा कि अपना एक बेसिक चैप्टर आ, पॉलीमर, बायोमोलीक्यूल एंड केमिस्ट्री इन एवरीडे लाइफ, ਜਿਹੜੇ ਸਾਡੇ ਮੈਮਰੀ ਬੇਸਡ ਨੇ, ਜਿਹੜੇ ਸਾਨੂੰ ਰਿਐਕਸ਼ਨਸ ਤੋਂ ਥੋੜਾ ਬਚਾ ਕੇ ਰੱਖਦੇ ਨੇ, ਉਹ ਵਾਲੇ ਚੈਪਟਰਸ ਅਸੀਂ ਇੱਥੇ ਕਰਾਂਗੇ, ਠੀਕ ਆ। ਐਂਡ ਫਿਰ ਆ ਗਿਆ ਸਾਡੇ ਕੋਲ ਕੁਝ ਕਾਮਨ ਰੀਏਜੈਂਟਸ, ਜਿਵੇਂ ਆਰਗੈਨਿਕ, ਇਨਆਰਗੈਨਿਕ ਐਂਡ ਆਰਗੈਨੋਮੈਟੈਲਿਕ, ਕੁਝ ਵੀ ਸਿਲੈਕਟਿਵ ਆਰਗੈਨਿਕ ਟ੍ਰਾਂਸਫਾਰਮੇਸ਼ਨ, ਜਿਵੇਂ ਕੀਮੀਓ ਸਿਲੈਕਟਿਵ, ਰੀਜ਼ੋ ਸਿਲੈਕਟਿਵ, ਇਹ ਕੀ ਨੇ, ਆਰਗੈਨਿਕ ਦੀ ਸਪੈਕਟ੍ਰੋਸਕੋਪੀ ਐਂਡ ਦਾ ਪ੍ਰਿੰਸੀਪਲ ਰਿਲੇਟਡ ਟੂ ਪ੍ਰੈਕਟੀਕਲ ਕੈਮਿਸਟਰੀ, ਇਹ ਸਾਰਾ ਕੁਝ ਸਾਡੇ ਕੋਲ ਆ ਜਾਏਗਾ। ਹੁਣ ਆ ਗਿਆ ਸਾਡੇ ਕੋਲ ਮੇਨ ਚੀਜ਼, ਹਾਊ ਟੂ ਅਪਰੋਚ ਸਿਲੇਬਸ, ਅਸੀਂ ਇਸ ਸਿਲੇਬਸ ਨੂੰ ਕਿਵੇਂ ਅਪਰੋਚ ਕਰਨਾ ਹੈ। ਜਦੋਂ ਅਸੀਂ ਉਹਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਸਭ ਤੋਂ ਪਹਿਲਾਂ ਆਈ ਆਰਗੈਨਿਕ ਕੈਮਿਸਟਰੀ। ਜਿਹੜੀ ਆਰਗੈਨਿਕ ਕੈਮਿਸਟਰੀ ਆ ਨਾ ਬੱਚੇ, ਇਹ ਬਿਲਕੁਲ ਇੱਕ ਦੂਜੇ ਦੇ ਨਾਲ ਕੀ ਕਰਦੀ ਆ, ਕੋਰਿਲੇਟ ਕਰਦੀ ਆ। ਕੋਰਿਲੇਟ ਦਾ ਮਤਲਬ ਆ ਕਿ ਸਭ ਤੋਂ ਪਹਿਲਾਂ ਅਸੀਂ ਆਵਾਂਗੇ, ਅਸੀਂ ਜਰਨਲ ਆਰਗੈਨਿਕ ਕੈਮਿਸਟਰੀ ਪੜਾਂਗੇ, ਠੀਕ ਆ। ਫਿਰ ਜਿਹੜੇ ਤੁਸੀਂ ਚੀਜ਼ਾਂ ਨੂੰ ਜਰਨਲ ਆਰਗੈਨਿਕ ਕੈਮਿਸਟਰੀ ਦੇ ਵਿੱਚ ਸਿੱਖੋਗੇ, ਉਹ ਸਾਰੀਆਂ ਚੀਜ਼ਾਂ ਅਗਲੇ ਚੈਪਟਰ ਦੇ ਵਿੱਚ ਐਪਲੀਕੇਬਲ ਹੋਣਗੀਆਂ। ਪਹਿਲਾਂ ਅਸੀਂ ਉਹਨਾਂ ਨੂੰ ਹਾਈਡਰੋਕਾਰਬਨਸ ਦੇ ਉੱਤੇ ਐਪਲੀਕੇਬਲ ਕਰਾਂਗੇ, ठीक है। फिर असीं उस तो बाद हैलो अल्केन्स एंड हैलो अरीन्स जो पढ़ांगे, राइट। फिर असीं उस तो बाद सेम जिहड़ा आ साडे कोल असीं अल्कोहल्स, फिनोल्स एंड ईथर्स दे उत्ते अप्लाई करांगे, अल्कोहल्स, फिनोल्स एंड ईथर्स। दैन असीं यही सब कुछ एल्डिहाइड एंड कीटोन्स दे उत्ते अप्लाई करांगे, एल्डिहाइड, कीटोन्स एंड कार्बोक्सिलिक एसिड। एंड लास्ट असीं करांगे जिन्हों असीं अमाइन्स कह दिंदे आ, या नाइट्रोजन कंटेनिंग कंपाउंड्स उहदे विच सारे आ जांदे आ उहनां दे उत्ते। हुण देखो इन्हां सब दी भी अलग अलग डिमांड आ। अलग अलग डिमांड दा की मतलब हो गया बच्चा, इन्हां सब दियां फिजिकल प्रॉपर्टीज ने ਜਿਹੜੀਆਂ ਆਪਾਂ ਨੂੰ ਪੜ੍ਹਨੀਆਂ ਥੋੜੀਆਂ ਸੌਖੀਆਂ ਹੋ ਜਾਂਦੀਆਂ, ਭਾਈ ਬੋਇਲਿੰਗ ਪੁਆਇੰਟ, ਮੈਲਟਿੰਗ ਪੁਆਇੰਟ, ਪੋਲੈਰਿਟੀ, ਠੀਕ ਹੈ। ਇਹ ਜਿਹੜੇ ਉਹਨਾਂ ਦੇ ਨੇਚਰ ਨੇ, ਡੈਂਸਿਟੀ, ਸੋਲੂਬਿਲਿਟੀ, ਇਹਨਾਂ ਦੇ ਬਾਰੇ ਚ ਇੱਕ ਚੀਜ਼ ਹੋ ਗਈ। ਦੂਜੀ ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਚੀਜ਼ ਆਉਂਦੀ ਆ, ਆਈਸੋਮੈਰਿਜ਼ਮਸ, ਕਿ ਭਾਈ ਫਲਾਣਾ ਚੇਨ ਆਈਸੋਮਰ ਸ਼ੋ ਕਰਦਾ, ਪੋਜੀਸ਼ਨ ਕਰਦਾ, ਫੰਕਸ਼ਨਲ ਕਰਦਾ। ਜੇ ਤੁਸੀਂ ਆਰਗੈਨਿਕ ਚ ਤੁਹਾਡਾ ਬਹੁਤ ਹੱਥ ਤੰਗ ਆ, ਤੁਸੀਂ ਇਹ ਵਾਲੇ ਪਹਿਲਾਂ 2 ਟੌਪਿਕ ਦੇ ਉੱਤੇ ਆਪਦਾ ਚੰਗੀ ਤਰ੍ਹਾਂ ਕਮਾਂਡ ਬਣਾਓ। ਫਿਰ 2 ਤਰੀਕੇ ਨਾਲ ਤੁਸੀਂ ਹੋਰ ਚੀਜ਼ ਕਰ ਸਕਦੇ ਹੋ। ਇੱਕ ਤਾਂ ਤੁਸੀਂ ਨੇਮਿੰਗ ਰਿਐਕਸ਼ਨਸ ਨੇ ਜਿਹੜੀਆਂ ਹਰ ਇੱਕ ਚੈਪਟਰ ਦੇ ਵਿੱਚ, ਜਦੋਂ ਤੁਸੀਂ ਚੈਪਟਰ ਪੜ੍ਹ ਰਹੇ ਆ ਉਹਦੇ ਚ ਜਿਹੜੀਆਂ ਨੇਮਿੰਗ ਰਿਐਕਸ਼ਨ ਆ ਰਹੀਆਂ, ਕੋਈ ਵੀ ਰਿਐਕਸ਼ਨ ਚੱਲ ਰਹੀ ਆ, ਉਹਦਾ ਜਿਹੜੀ ਰਿਐਕਸ਼ਨ ਆ ਤੁਹਾਡੇ ਕੋਲ, ਉਹਦਾ ਰਿਐਕਟੈਂਟ ਕੀ ਆ, ਉਹਦੇ ਤੋਂ ਬਣਨਾ ਕੀ ਆ, ਤੇ ਉਹਦਾ ਰੀਏਜੈਂਟ ਕੀ ਆ,
ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ। ਠੀਕ ਆ, ਇਹ ਹੋ ਗਿਆ ਨੇਮਿੰਗ ਰਿਐਕਸ਼ਨ। ਨੇਮਿੰਗ ਰਿਐਕਸ਼ਨ ਜਿਹੜੀਆਂ ਹੁੰਦੀਆਂ ਉਹ ਕਰੈਕਟਰਿਸਟਿਕਸ ਬੇਸ ਹੁੰਦੀਆਂ ਨੇ। ਠੀਕ ਆ, ਉਹ ਕਰਨੀਆਂ ਨੇ ਅਸੀਂ। ਫਿਰ ਇੱਕ ਹੁੰਦਾ ਰੀਏਜੈਂਟ ਦੇ ਹਿਸਾਬ ਨਾਲ ਵੀ ਤੁਸੀਂ ਕਰ ਸਕਦੇ ਹੋ, ਜਿਵੇਂ ਤੁਸੀਂ ਜਿਹੜੇ ਸਾਡੇ ਆਕਸੀਡਾਈਜ਼ਿੰਗ ਏਜੰਟ ਨੇ ਤੁਸੀਂ ਉਹਨਾਂ ਦੇ ਬਾਰੇ 'ਚ ਅੱਡ ਪੜ੍ਹ ਲਿਆ, ਰਿਡਿਊਸਿੰਗ ਏਜੰਟ ਨੇ ਉਹਨਾਂ ਦੇ ਬਾਰੇ 'ਚ ਅੱਡ ਪੜ੍ਹ ਲਿਆ। ਇਸ ਤਰ੍ਹਾਂ ਅਸੀਂ ਅੱਡ ਰੀਏਜੈਂਟ ਦੇ ਬਾਰੇ ਵਿੱਚ ਪੜ੍ਹ ਕੇ ਵੀ ਆਰਗੈਨਿਕ ਨੂੰ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਪਰ ਸਾਨੂੰ ਆਪਦਾ ਪੇਪਰ ਕਲੀਅਰ ਕਰਨ ਦੇ ਲਈ ਬਿਲਕੁਲ ਅਸੀਂ ਆਰਗੈਨਿਕ ਛੱਡ ਕੇ ਨਹੀਂ ਜਾ ਸਕਦੇ। ਜੇ ਆਪਾਂ ਕਹਤਾ ਅਸੀਂ ਆਰਗੈਨਿਕ ਛੱਡ ਕੇ ਜਾਣੀ ਆ, ਫਿਰ ਕੋਈ ਵੀ ਤਾਕਤ ਨਹੀਂ ਹੈ ਜਿਹੜੀ ਸਾਡਾ ਪੇਪਰ ਕਰ ਪਾਏ। ਸਾਨੂੰ ਆਰਗੈਨਿਕ ਨੂੰ ਥੋੜਾ ਸਮਾਰਟ ਵੇ ਨਾਲ ਕਰਨਾ ਪਊਗਾ। ਸਮਾਰਟ ਵੇ ਤੁਸੀਂ ਸਮਝਦੇ ਆ ਕਿ ਉਹਦੇ 'ਚ ਇਸ ਤਰ੍ਹਾਂ ਅਪਰੋਚ ਕਰਨਾ ਪਊਗਾ ਸਾਨੂੰ ਕਿ ਜਿਹਦੇ ਨਾਲ ਸਾਨੂੰ ਛੱਡਣੀ ਵੀ ਨਾ ਪੂਰੀ ਪਵੇ, ਪਰ ਅਸੀਂ ਵਾਵਾ ਸਾਰੀਆਂ ਚੀਜ਼ਾਂ ਨੂੰ ਆਪਦੇ ਸਮਾਰਟ ਵੇ ਨਾਲ ਕਵਰ ਵੀ ਕਰ ਜਾਈਏ। ਜਿਵੇਂ ਦੂਜੇ ਬੰਨੇ ਸਾਡੇ ਕੋਲ ਚੈਪਟਰ ਹੁੰਦਾ ਬਾਇਓਮੋਲੀਕਿਊਲਸ, ਫਿਰ ਹੈਗਾ ਸਾਡੇ ਕੋਲ ਪੋਲੀਮਰ, ਤੇ ਇੱਕ ਹੈਗਾ ਕੈਮਿਸਟਰੀ ਇਨ ਐਵਰੀਡੇ ਲਾਈਫ। ਇਹ ਜਿਹੜੇ ਸਾਡੇ ਕੋਲ 3 ਚੈਪਟਰ ਨੇ, ਠੀਕ ਆ, ਇਹ ਜਿਹੜੇ ਸਾਡੇ ਕੋਲ 3 ਚੈਪਟਰ ਨੇ ਇਹ ਸਾਰੇ ਥਿਊਰੀ ਬੇਸਡ ਨੇ। ਅਸੀਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਕਰਕੇ ਜਾ ਸਕਦੇ ਹਾਂ। ਜੇ ਤੁਹਾਨੂੰ ਰਿਐਕਸ਼ਨਸ ਤੋਂ ਰੀਏਜੈਂਟਸ ਤੋਂ ਡਰ ਲੱਗਦਾ ਹੈ, ਇਹਨਾਂ ਚੈਪਟਰਸ ਦੇ ਉੱਤੇ ਜਿਹੜਾ ਆ ਇਹ ਬਹੁਤ ਇਫੈਕਟ ਕਰਦੇ ਆ ਜਦੋਂ ਅਸੀਂ ਇਹਨਾਂ ਚੈਪਟਰ ਨੂੰ ਛੱਡ ਦਿੰਦੇ ਆ, ਕਿਉਂਕਿ ਇਹਨਾਂ ਦੇ ਉੱਤੋਂ ਕੁਐਸਚਨਸ ਆਉਣੇ ਹੁੰਦੇ ਆ। ਫਿਰ ਕੁਛ ਆ ਗਿਆ ਸਾਡੇ ਕੋਲ ਇੱਕ ਪਾਰਟ ਹੁੰਦਾ ਸਪੈਕਟ੍ਰੋਸਕੋਪੀ ਦਾ। ਠੀਕ ਆ, ਜੇ ਮੈਂ ਸਪੈਕਟ੍ਰੋਸਕੋਪੀ ਦੀ ਗੱਲ ਕਰਾਂ ਤਾਂ ਮੈਂ ਇੱਥੇ ਇਨਆਰਗੈਨਿਕ ਦੀ ਗੱਲ ਕਰਨ ਤੋਂ ਪਹਿਲਾਂ ਸਪੈਕਟ੍ਰੋਸਕੋਪੀ ਦੀ ਗੱਲ ਅੱਡ ਤੋਂ ਹੀ ਕਰ ਦੇਣਾ ਚਾਹੁੰਦੀ ਹਾਂ। ਜਿਵੇਂ ਕਿ ਦੇਖੋ ਬੱਚੇ, ਜਦੋਂ ਮੈਂ ਸਪੈਕਟ੍ਰੋਸਕੋਪੀ ਦੀ ਗੱਲ ਇੱਥੇ ਕਰਨ ਲੱਗੀ ਤਾਂ ਮੈਂ ਇੱਥੇ ਕੀ ਫੀਲ ਕੀਤਾ ਕਿ ਸਪੈਕਟ੍ਰੋਸਕੋਪੀ ਵੀ ਸਾਡੇ ਕੋਲ ਤਿੰਨਾਂ ਦੇ ਵਿੱਚ ਹੀ ਆ ਰਹੀ, ਮਤਲਬ ਉਹ ਆਰਗੈਨਿਕ ਦੀ ਵੀ ਆ, ਹੈ ਨਾ, ਉਹ ਇਨਆਰਗੈਨਿਕ ਦੀ ਵੀ ਆ, ਤੇ ਉਹ ਫਿਜ਼ੀਕਲ ਦੀ ਵੀ ਆ। ਜੇ ਬੱਚੇ ਮੈਂ ਇੱਥੇ ਗੱਲ ਕਰਾਂ ਤਾਂ ਮੇਰੇ ਕੋਲ ਜਿਹੜੀ ਸਪੈਕਟ੍ਰੋਸਕੋਪੀ ਆ ਉਹਦੇ 'ਚ ਜਿਵੇਂ ਆਪਾਂ NMR ਸਪੈਕਟ੍ਰੋਸਕੋਪੀ, ਠੀਕ ਹੈ ਬੱਚੇ, ESR ਸਪੈਕਟ੍ਰੋਸਕੋਪੀ ਜਿਹਨੂੰ ਆਪਾਂ EPR ਵੀ ਕਹਿ ਦਿੰਦੇ ਆ, UV ਵਿਜ਼ੀਬਲ, ਠੀਕ ਹੈ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਇਹਦੇ 'ਚ ਮੌਸਬੋ, ਰਾਈਟ, ਐਂਡ ਰੈਜ਼ੋਨੈਂਸ ਜਾਂ ਕੁਝ ਸਪੈਕਟ੍ਰੋਸਕੋਪੀ ਐਂਡ ਆਲ, ਮਤਲਬ ਜਿੰਨੀਆਂ ਵੀ ਸਾਡੇ ਕੋਲ ਸਪੈਕਟ੍ਰੋਸਕੋਪੀਜ਼ ਨੇ ਜਰਨਲੀ ਇਹਦੇ ਵਿੱਚ ਅਸੀਂ ਪੜ੍ਹਨੀਆਂ, ਉਹਨਾਂ ਦੇ ਉੱਤੋਂ ਬਹੁਤ ਸਿੰਪਲ ਉਹਨਾਂ ਦੀਆਂ ਪੀਕਸ ਤੇ ਉਹਨਾਂ ਦੇ ਬੈਂਡਸ ਦੇ ਉੱਤੇ ਸਿੱਧੇ ਸਿੱਧੇ ਸਾਨੂੰ ਸਵਾਲ ਆਉਣੇ ਆ। ਸੋ ਇਹਦੇ ਵਿੱਚ ਅਸੀਂ ਸਪੈਕਟ੍ਰੋਸਕੋਪੀ ਪੜ੍ਹਨੀ ਆ, ਬਟ ਇੱਕ ਲੈਵਲ ਤੱਕ ਪੜ੍ਹਨੀ ਆ, ਕਿਉਂਕਿ ਇਹ ਸਾਡਾ TGT ਲੈਵਲ ਦਾ ਪੇਪਰ ਆ। ਇਹ ਕੋਈ ਲੈਕਚਰਰ ਕੈਡਰ ਨਹੀਂ ਹੈ ਜਿਹਦੇ 'ਚ ਬਹੁਤ ਡਿਟੇਲ ਜਾਣਾ, ਜਾਂ ਇਹ ਕੋਈ CSIR ਨੈਟ ਨਹੀਂ ਹੈ ਜਿਹਦੇ 'ਚ ਬਹੁਤ ਡਿਟੇਲ ਜਾਣਾ। ਇਹ ਜਿਹੜਾ ਪਾਰਟ ਆ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਇਹਨੂੰ ਤੁਸੀਂ ਬਿਲਕੁਲ ਵੀ ਨਹੀਂ ਛੱਡੋਗੇ, ਕਿਉਂਕਿ ਇੱਥੋਂ ਤੁਹਾਨੂੰ ਸਵਾਲ ਆਉਣੇ ਹੀ ਆਉਣੇ। ਠੀਕ ਹੈ ਜੀ, ਇੱਥੋਂ ਸਾਡੇ ਜਿਹੜੇ ਸਵਾਲ ਨੇ ਉਹ ਆ ਹੀ ਜਾਣੇ ਹੁੰਦੇ ਆ। ਅੱਗੋਂ ਵਧਦੇ ਹਾਂ ਅਸੀਂ ਆਗੇ ਇਨਆਰਗੈਨਿਕ। ਇਨਆਰਗੈਨਿਕ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਬਹੁਤ ਆਰਾਮ ਨਾਲ ਕੈਮੀਕਲ ਬੌਂਡਿੰਗ ਵਾਲਾ ਚੈਪਟਰ ਐਂਡ ਕੋਆਰਡੀਨੇਸ਼ਨ ਕੰਪਾਊਂਡ ਐਂਡ ਆਰਗੈਨੋਮੈਟੈਲਿਕ ਕੰਪਾਊਂਡ ਨੂੰ ਖਾ ਪੀ ਜਾਓਗੇ। ਮਤਲਬ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਤੁਹਾਡਾ ਇਹ ਵਾਲੇ ਚੈਪਟਰਸ ਨੇ ਤੁਸੀਂ ਇਹਨਾਂ ਨੂੰ ਸਭ ਤੋਂ ਪਹਿਲਾਂ ਬਹੁਤ ਵਧੀਆ ਤਰੀਕੇ ਨਾਲ ਰਿਵਾਈਜ਼ ਕਰੋਗੇ। ਠੀਕ ਹੈ, ਇਹਨਾਂ ਦੋਵਾਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਪੜ੍ਹੋਗੇ। ਇਹ ਜਦੋਂ ਤੁਹਾਡੇ ਹੱਥ 'ਚ ਆ ਗਏ ਤਾਂ ਤੁਹਾਡੇ ਇਨਆਰਗੈਨਿਕ ਦੇ ਬੜੇ ਕੁਐਸਚਨ ਹੱਥ 'ਚ ਆ ਜਾਣੇ ਆ। ਫਿਰ ਸਾਡੇ ਕੋਲੇ SPDF 4 ਬਲਾਕ ਨੇ। D ਤੇ F ਤਾਂ ਅਸੀਂ ਪੜ੍ਹਨਾ ਹੀ ਪੜ੍ਹਨਾ, ਕਿਉਂਕਿ ਇਹ ਸਿੰਪਲ ਆ ਤੇ ਕੋਆਰਡੀਨੇਸ਼ਨ ਕੰਪਾਊਂਡ ਦੇ ਨਾਲ ਇਹ ਰਿਲੇਟ ਵੀ ਕਰਦਾ ਹੈ, ਕਿਉਂਕਿ ਕੋਆਰਡੀਨੇਸ਼ਨ ਕੰਪਾਊਂਡ ਦਿਖਾਉਂਦੇ ਹੀ ਕੌਣ ਨੇ, ਟ੍ਰਾਂਜੀਸ਼ਨ ਐਲੀਮੈਂਟਸ ਦਿਖਾਉਂਦੇ ਨੇ। ਇਹ ਤਾਂ ਇੰਪੋਰਟੈਂਟ ਸਾਡੇ ਕੋਲ ਹੈਗਾ ਹੀ ਹੈਗਾ। ਪਰ ਜੇ ਮੈਂ S ਐਂਡ P ਦੀ ਗੱਲ ਕਰਾਂ ਤਾਂ ਉਹਦੇ 'ਚ ਜਿਹੜਾ S ਆ ਉਹ ਤਾਂ ਸਿੰਪਲ ਆ, ਪਰ ਜਿਹੜਾ P ਆ ਨਾ ਉਹ ਥੋੜਾ ਜਿਹਾ ਜ਼ਿਆਦਾ ਟਾਈਮ ਕੰਜ਼ਿਊਮਿੰਗ ਆ। ਉਹ ਕੀ ਆ, ਸਾਡੇ ਕੋਲ ਟਾਈਮ ਕੰਜ਼ਿਊਮਿੰਗ ਆ। ਇਹਨੂੰ ਅਸੀਂ ਬਿਲਕੁਲ ਐਂਡ ਦੇ ਲਈ ਛੱਡ ਦੇਣਾ ਕਿ ਐਂਡ ਤੇ ਅਸੀਂ ਇਹਨੂੰ ਦੇਖਾਂਗੇ ਕਿ ਇਹਦੇ ਨਾਲ ਕੀ ਕਰਨਾ ਹੈ, ਇਹਦੇ ਚੋਂ ਕਿੰਨਾ ਕੁ ਪੜ੍ਹਨਾ ਹੈ, ਇੰਪੋਰਟੈਂਟ ਪੜ੍ਹਨਾ ਹੈ ਜਾਂ ਸਾਡੇ ਕੋਲ ਬਹੁਤ ਟਾਈਮ ਆ, ਅਸੀਂ ਕਿਸ ਤਰ੍ਹਾਂ ਕਰਨਾ ਹੈ। ਠੀਕ ਆ, ਇਹਦੇ ਤੇ ਅਸੀਂ ਥੋੜਾ ਜਿਹਾ ਸਮਾਰਟਲੀ ਕੰਮ ਕਰਨਾ ਹੈ। ਫਿਰ ਜਿਵੇਂ ਸਾਡੇ ਕੋਲ ਬੱਚੇ ਚੈਪਟਰ ਹੁੰਦੇ ਆ ਜਿਵੇਂ ਮੈਟਲਰਜੀ ਵਾਲਾ, ਓਰਸ ਵਾਲਾ ਪਾਰਟ ਹੈ ਨਾ, ਅਸੀਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਉੱਥੇ ਕਰ ਲੈਣਾ ਯਾਦ, ਜਾਂ ਇਨਵਾਇਰਨਮੈਂਟ ਕੈਮਿਸਟਰੀ ਆ, ਰਾਈਟ, ਇਨਵਾਇਰਨਮੈਂਟ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਕਰ ਲੈਣਾ। ਇਹ ਤਾਂ ਬਹੁਤ ਸਿੰਪਲ ਵਾਲੇ ਟੌਪਿਕ ਹੋ ਗਏ ਜਿਨ੍ਹਾਂ ਨੂੰ ਅਸੀਂ ਸਿੰਪਲੀ ਕਰਨਾ ਹੀ ਆ, ਕਿਉਂਕਿ ਥਿਊਰੀ ਬੇਸਡ ਦਾ ਜਰਨਲ ਅਸੀਂ ਪੜ੍ਹਨਾ ਹੀ ਪੜ੍ਹਨਾ ਆ। ਫਿਰ ਜਦੋਂ ਅਸੀਂ ਫਿਜ਼ੀਕਲ ਦੇ ਵੱਲ ਗਏ, ਹੁਣ ਇੱਥੇ ਕੀ ਹੋ ਜਾਂਦਾ ਹੈ, ਫਿਜ਼ੀਕਲ ਕੈਮਿਸਟਰੀ ਨੂੰ ਵੀ ਇਨਆਰਗੈਨਿਕ ਤਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਹੁੰਦੀ ਆ, ਬਟ ਫਿਜ਼ੀਕਲ ਦੇ ਵਿੱਚ ਵੀ ਸਾਨੂੰ ਇੱਕ ਪ੍ਰੋਬਲਮ ਆਉਣ ਲੱਗ ਪੈਂਦੀ ਆ। ਪ੍ਰੋਬਲਮ ਕੀ ਆਉਂਦੀ ਆ ਕਿ ਕੁਝ ਬੱਚਿਆਂ ਨੂੰ ਇੰਝ ਲੱਗਦਾ ਕਿ ਜਿਹੜੀ ਸਾਡੀ ਫਿਜ਼ੀਕਲ ਕੈਮਿਸਟਰੀ ਹੈ, ਜੇ ਤੁਸੀਂ ਮੈਡੀਕਲ ਦੇ ਸਟੂਡੈਂਟ ਆ ਤਾਂ ਤੁਹਾਨੂੰ ਨਿਊਮੈਰੀਕਲਸ 'ਚ ਪ੍ਰੋਬਲਮ ਆਉਣ ਲੱਗ ਪੈਂਦੀ ਆ, ਬਟ ਫਿਜ਼ੀਕਲ ਇਜ਼ ਨਾਟ ਆਲ ਅਬਾਊਟ ਨਿਊਮੈਰੀਕਲਸ। ਠੀਕ ਆ, ਇਹਦੇ 'ਚ 2 ਤਰ੍ਹਾਂ ਦੇ ਚੈਪਟਰਸ ਆ ਜਾਂਦੇ ਆ ਸਾਡੇ ਕੋਲ। ਇੱਕ ਤਾਂ ਸਾਡੇ ਕੋਲ ਨਿਊਮੈਰੀਕਲ ਬੇਸਡ ਚੈਪਟਰ ਆ ਗਿਆ, ਜਿਹਦੇ 'ਚ ਸਾਡਾ ਆ ਗਿਆ ਸੋਲਿਊਸ਼ਨ ਚੈਪਟਰ। ਠੀਕ
ठीक है। एक आ गया इलैक्ट्रोकैमिस्ट्री, ਇਹ ਦੋਵੇਂ ਪਿਓਰਲੀ ਨੂਮੈਰੀਕਲ ਬੇਸ ਨੇ, ਮਤਲਬ ਇੱਥੇ ਤਾਂ ਪੂਰੇ ਨੂਮੈਰੀਕਲ ਹੀ ਨੇ, ਪਰ ਇਹਦੇ ਵਿੱਚ ਜਿਹੜਾ ਥਰਮੋ ਆ, ਜਿਹੜਾ ਕੈਮੀਕਲ ਕਾਈਨੈਟਿਕਸ ਆ, ਜਿਹੜਾ ਇਕੁਇਲੀਬ੍ਰੀਅਮ ਆ, ਇਕੁਇਲੀਬ੍ਰੀਅਮ ਦੋਵੇਂ ਕੈਮੀਕਲ ਵੀ ਤੇ ਆਇਨਿਕ ਵੀ, ਇੱਥੋਂ ਵੀ ਸਾਨੂੰ ਨੂਮੈਰੀਕਲ ਆ ਜਾਂਦੇ ਆ, ਪਰ ਇੱਥੇ 50-50 ਆ, ਨੂਮੈਰੀਕਲ ਵੀ ਆ ਜਾਂਦੇ ਆ, ਥਿਊਰੀ ਬੇਸਡ ਕੁਐਸਚਨਸ ਵੀ ਆ ਜਾਂਦੇ ਆ, ਠੀਕ ਆ। ਤੇ ਨੂਮੈਰੀਕਲ ਵਾਲੇ ਜਿਹੜੇ ਹਾਰਡ ਦੋਨੋਂ ਚੈਪਟਰਸ ਨੇ ਉਹ ਆ ਨੇ। ਇਸ ਤੋਂ ਇਲਾਵਾ ਜੇ ਅਸੀਂ ਚਲੇ ਜਾਈਏ ਤਾਂ ਸਿੰਪਲੀ ਸਾਡੇ ਕੋਲ ਇਹਦੇ ਚ ਸਪੈਕਟਰੋਸਕੋਪੀ ਦਾ ਆਪਾਂ ਨੂੰ ਦੂਜੇ ਐਂਡ ਤੇ ਪਤਾ ਹੈ, ਆਪਾਂ ਪੜ੍ਹਨੀ ਹੀ ਪੜ੍ਹਨੀ ਹੈ, ਠੀਕ ਆ। ਪਰ ਜਿਹੜਾ ਸਾਡੇ ਕੋਲ ਫਿਜ਼ੀਕਲ ਕੈਮਿਸਟਰੀ ਆ ਉਹਦੇ ਆਹ ਵਾਲੇ ਕੋਰ ਚੈਪਟਰਸ ਨੇ, ਜਿਨ੍ਹਾਂ ਨੂੰ ਅਸੀਂ ਕੋਰ ਚੈਪਟਰਸ ਕਹਿੰਦੇ ਆ। ਇਹਦੇ ਚ ਇੱਕ ਆਉਂਦਾ ਜਿਵੇਂ ਸਾਡੇ ਕੋਲ ਐਟੋਮਿਕ ਸਟਰਕਚਰ, ਜਿਹਨੂੰ ਅਸੀਂ ਛੱਡਣਾ ਹੀ ਨਹੀਂ ਹੁੰਦਾ, ਉਹ ਕਹਿਣ ਨੂੰ ਫਿਜ਼ੀਕਲ ਕੈਮਿਸਟਰੀ ਦਾ ਚੈਪਟਰ ਆ, ਪਰ ਉਹਦਾ ਜਿਹੜਾ ਬਿਹੇਵੀਅਰ ਆ ਉਹ ਇਨਆਰਗੈਨਿਕ ਵਰਗਾ, ਤਾਂ ਮਤਲਬ ਬਹੁਤ ਇੰਪੋਰਟੈਂਟ ਆ, ਇਹਨੂੰ ਤਾਂ ਅਸੀਂ ਕਰਨਾ ਹੀ ਕਰਨਾ ਹੈ, ਠੀਕ ਆ। ਥਰਮੋ ਆਪਦੇ ਜ਼ੋਨ ਦਾ ਚੈਪਟਰ ਆ, ਅੱਡ ਅਸੀਂ ਉਹਨੂੰ ਪੜਾਂਗੇ, ਠੀਕ ਆ। ਇਕੁਇਲੀਬ੍ਰੀਅਮ ਨੂੰ ਅਸੀਂ ਕਰਾਂਗੇ ਕਿਉਂਕਿ ਉਹਦੇ ਚ ਸਿਰਫ ਨੂਮੈਰੀਕਲਸ ਨੇ, ਆਇਨਿਕ ਦੇ ਵਿੱਚ ਨੂਮੈਰੀਕਲਸ ਨੇ, ਕੈਮੀਕਲ ਦੇ ਵਿੱਚ ਨਹੀਂ ਹੈਗੇ। ਕੈਮੀਕਲ ਕਾਈਨੈਟਿਕਸ ਦੇ ਵਿੱਚ ਆਰਡਰ ਬੇਸਡ ਘੱਟ ਨੂਮੈਰੀਕਲਸ ਨੇ, ਬਹੁਤ ਜ਼ਿਆਦਾ ਨਹੀਂਗੇ, ਪਰ ਸੋਲਿਊਸ਼ਨ ਐਂਡ ਇਲੈਕਟ੍ਰੋਕੈਮਿਸਟਰੀ ਆ। ਪਰ ਤੁਸੀਂ ਆ ਨਹੀਂ ਕਰ ਸਕਦੇ ਕਿ ਅਸੀਂ ਕਰਨਾ ਨਹੀਂਗਾ, ਕਰਨਾ ਤਾਂ ਪਊਗਾ ਹੀ, ਠੀਕ ਆ, ਕਰਨਾ ਤਾਂ ਹੈਗਾ ਹੀ ਆ। ਇਸ ਤੋਂ ਇਲਾਵਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜੋ ਹੈਲਪ ਆ ਤੁਹਾਨੂੰ ਰਿਕੁਆਇਰਡ ਹੋਵੇ, ਜਾਂ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਕੋਚਿੰਗ ਲੈਣੀ ਹੋਵੇ, ਤਾਂ ਤੁਸੀਂ ਗਿਵਨ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਆ। ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਆ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਇੱਥੇ ਰਿਕੁਆਇਰਡ ਆ, ਤੁਸੀਂ ਪੁੱਛਣਾ ਚਾਹੁੰਦੇ ਆ ਕਿ ਆਹ ਚੀਜ਼ ਕਿਵੇਂ ਪੜ੍ਹਨੀ ਆ, ਇਹਨੂੰ ਕਿੱਦਾਂ ਪੜ੍ਹਨਾ ਹੈ, ਤਾਂ ਤੁਸੀਂ ਈਚ ਐਂਡ ਐਵਰੀਥਿੰਗ ਦੇ ਲਈ ਕਮੈਂਟਸ ਦੇ ਵਿੱਚ ਰੱਖ ਸਕਦੇ ਆ। ਮਿਲਦੇ ਆ ਇਸ ਤੋਂ ਬਾਅਦ ਆਪਾਂ ਮਾਸਟਰ ਕੈਡਰ ਦੀਆਂ ਐਂਡ ਲੈਕਚਰਰ ਕੈਡਰ ਦੀਆਂ ਹੋਰ ਬਹੁਤ ਸਾਰੀਆਂ ਕਲਾਸਿਸ ਦੇ ਨਾਲ, ਜਿਹਦੇ ਵਿੱਚ ਆਪਾਂ ਕੰਟੈਂਟ ਐਂਡ ਸਾਰਾ ਕੁਝ ਦੇਖਾਂਗੇ। ਤਾਂ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਥੈਂਕ ਯੂ।